ਸਤਿ ਸ਼੍ਰੀ ਅਕਾਲ। ਪੀਐਨਸੀਐਨ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਦੱਸਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀ ਸਾਂਝੀ ਕੀਤੀ ਜਾਣਕਾਰੀ ਤੇ ਓਨਟਾਰੀਓ ਵਿੱਚ ਕੋਵਿਡ ਕਰਕੇ ਵਿਗੜੇ ਹਾਲਾਤ ਦੇ ਬਾਰੇ ਕੀ ਕਿਹਾ। ਕੈਨੇਡਾ ਵਿੱਚ ਕੋਵਿਡ ਕਰਕੇ ਹੁਣ ਤੱਕ 8 ਨਾਬਾਲਗਾਂ ਦੀ ਮੌਤ, ਬਰੈਂਪਟਨ ਤੋਂ 13 ਸਾਲਾ ਬੱਚੀ ਦੀ ਵੀ ਗਈ ਜਾਨ। ਹੋਟਲ ਕੁਆਰੰਟੀਨ ਤੋਂ ਬਚਣ ਲਈ ਪੈਦਲ ਕੈਨੇਡਾ ਵਿੱਚ ਦਾਖਲ ਹੋ ਰਹੇ ਨੇ ਵੱਡੀ ਗਿਣਤੀ ਦੇਸ਼ ਵਾਸੀ, ਅਮਰੀਕੀ ਟੈਕਸੀ ਕੰਪਨੀਆਂ ਨੇ ਵੀ ਦਿੱਤੀ ਜਾਣਕਾਰੀ। ਭਾਰਤ ਵਿੱਚ ਫਲਾਈਟਾਂ ਬੰਦ ਹੋਣ ਕਰਕੇ ਫਸ ਗਏ ਨੇ ਕਈ ਕੈਨੇਡਾ ਵਾਸੀ ਤੇ ਪੂਰੀ ਜਾਣਕਾਰੀ ਨਾ ਦਿੱਤੇ ਜਾਣ ਦੇ ਉੱਤੇ ਸਰਕਾਰ ਨਾਲ ਨਾਰਾਜ਼ਗੀ ਦਾ ਪ੍ਰਗਟਾਵਾ। ਸਟੈਟਸ ਕੈਨੇਡਾ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਕਿ ਸਖਤ ਹਦਾਇਤਾਂ ਕਰਕੇ ਕਿੰਨੇ ਵਪਾਰ ਹੋਏ ਬੰਦ ਤੇ ਕੀ ਪਿਆ ਪ੍ਰਭਾਵ। ਬ੍ਰਿਟਿਸ਼ ਕੋਲੰਬੀਆ ਵਿੱਚ ਵਿੱਤੀ ਮਦਦ ਦੇ ਲਈ ਹੋਰ ਕਈ ਵਪਾਰ ਵੀ ਕੀਤੇ ਗਏ ਸ਼ਾਮਲ। ਦੱਸਾਂਗੇ ਇਸ ਦੇ ਬਾਰੇ ਪੂਰੀ ਜਾਣਕਾਰੀ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਭਰ ਵਿੱਚ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਖਾਸ ਤੌਰ ਦੇ ਉੱਤੇ ਓਨਟਾਰੀਓ ਦੇ ਵਿੱਚ ਕੋਵਿਡ-19 ਦੇ ਮਾਮਲੇ ਇੰਨੇ ਕੁ ਵੱਧ ਚੁੱਕੇ ਨੇ ਕਿ ਉੱਥੇ ਹੋਰ ਜ਼ਿਆਦਾ ਸਿਹਤ ਕਾਮਿਆਂ ਦੀ ਲੋੜ ਹੈ, ਜਿਸ ਕਰਕੇ ਕੈਨੇਡਾ ਭਰ ਤੋਂ ਮਦਦ ਭੇਜੀ ਜਾ ਰਹੀ ਹੈ ਤੇ ਇਸ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਵੀ ਦਿੱਤੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਤੇ ਪਬਲਿਕ ਸੇਫਟੀ ਮਿਨਿਸਟਰ ਬਿਲ ਬਲੇਅਰ ਦੇ ਵੱਲੋਂ ਖਾਸ ਤੌਰ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਨਟਾਰੀਓ ਵਾਸੀ ਉਹਨਾਂ ਦੇ ਵਾਸਤੇ ਮਦਦ ਦੇਸ਼ ਭਰ ਤੋਂ ਭੇਜੀ ਜਾ ਰਹੀ ਹੈ। ਦਰਅਸਲ ਕੋਵਿਡ-19 ਦੇ ਕਰਕੇ ਉੱਥੇ ਮਾਮਲੇ ਨੇ ਜ਼ਿਆਦਾ ਵੱਧ ਗਏ ਨੇ, ਜਿਸ ਦੇ ਲਈ ਸਿਹਤ ਕਾਮਿਆਂ ਦੀ ਅਹਿਮ ਲੋੜ ਹੈ, ਜਿਸ ਦੇ ਵਾਸਤੇ ਹੋਰ ਜ਼ਿਆਦਾ ਸਹੂਲਤਾਂ ਤੇ ਸਿਹਤ ਕਾਮਿਆਂ ਦੀ ਮਦਦ ਹੈ ਜੋ ਉਹ ਓਨਟਾਰੀਓ ਦੇ ਵਿੱਚ ਭੇਜੀ ਜਾ ਰਹੀ ਹੈ, ਜਿਸ ਦੇ ਵਾਸਤੇ ਕਿਹਾ ਗਿਆ ਹੈ ਕਿ ਫੈਡਰਲ ਹੈਲਥ ਕੇਅਰ ਕਾਮੇ ਭੇਜੇ ਗਏ ਨੇ ਤੇ ਨਾਲ ਹੀ ਕੈਨੇਡੀਅਨ ਫੋਰਸਿਸ ਤੇ ਰੈੱਡ ਕਰਾਸ ਕੈਨੇਡਾ ਦੇ ਵੱਲੋਂ ਵੀ ਕਾਮੇ ਭੇਜੇ ਗਏ ਨੇ ਮਦਦ ਕਰਨ ਦੇ ਵਾਸਤੇ। ਇਸ ਦੌਰਾਨ ਓਨਟਾਰੀਓ ਵਿੱਚ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੇ ਨਾਲ ਨਜਿੱਠਣ ਦੇ ਵਾਸਤੇ ਕਈ ਥਾਵਾਂ ਦੇ ਉੱਤੇ ਫੌਜ ਤੋਂ ਵੀ ਮੈਂਬਰ ਪਹੁੰਚ ਚੁੱਕੇ ਨੇ, ਜਿਨ੍ਹਾਂ ਦੇ ਵੱਲੋਂ ਇਸ ਸਮੇਂ ਮਦਦ ਕੀਤੀ ਜਾ ਰਹੀ ਹੈ ਤੇ ਰੈੱਡ ਕਰਾਸ ਕੈਨੇਡਾ ਦੇ ਵੱਲੋਂ ਵੀ ਕੁਝ ਇਸੇ ਤਰ੍ਹਾਂ ਉੱਥੇ ਮਦਦ ਲਗਾਤਾਰ ਕੀਤੀ ਜਾ ਰਹੀ ਹੈ। ਇੱਕ ਪਾਸੇ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਤਾਂ ਦੂਜੇ ਪਾਸੇ ਕੋਵਿਡ-19 ਦੇ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ, ਤਾਂ ਉੱਥੇ ਹੀ ਬੱਚਿਆਂ ਦੇ ਉੱਤੇ ਵੀ ਇਸ ਦਾ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ। ਜਿਵੇਂ ਕਿ ਕੈਨੇਡਾ ਵਿੱਚ ਹੁਣ ਤੱਕ ਜੋ ਅੰਕੜੇ ਸਾਹਮਣੇ ਆਏ ਨੇ ਉਸ ਮੁਤਾਬਕ ਕੈਨੇਡਾ ਭਰ ਵਿੱਚ ਹੁਣ ਤੱਕ ਕੋਵਿਡ-19 ਦੇ ਕਰਕੇ 8 ਨਾਬਾਲਗਾਂ ਦੀ ਮੌਤ ਹੋ ਚੁੱਕੀ ਹੈ, ਤਾਂ ਓਨਟਾਰੀਓ ਤੋਂ ਜੋ ਤਾਜ਼ਾ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਇੱਕ 13 ਸਾਲਾ ਬੱਚੀ ਦੀ ਜਾਨ ਗਈ ਹੈ। ਕੋਵਿਡ-19 ਦੇ ਕਰਕੇ ਬਰੈਂਪਟਨ ਵਿੱਚ ਇੱਕ 13 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਐਮਿਲੀ ਵਿਕਟੋਰੀਆ ਦੀ 22 ਅਪ੍ਰੈਲ ਨੂੰ ਕੋਵਿਡ-19 ਦੇ ਕਰਕੇ ਮੌਤ ਹੋਈ, ਜਿਸ ਨੂੰ ਕਿ ਕੋਵਿਡ-19 ਦੇ ਨਾਲ ਹੀ ਨਿਮੋਨੀਆ ਵੀ ਹੋ ਗਿਆ ਸੀ ਤੇ ਉਸਦੇ ਪਰਿਵਾਰ ਦੇ ਵਾਸਤੇ ਇਸ ਸਮੇਂ ਆਨਲਾਈਨ ਫੰਡ ਵੀ ਇਕੱਠਾ ਕੀਤਾ ਜਾ ਰਿਹਾ, ਜਿੱਥੇ ਕਿ $41,000 ਤੋਂ ਵੱਧ ਇਸ ਸਮੇਂ ਤੱਕ ਇਕੱਠੇ ਹੋ ਚੁੱਕੇ ਨੇ। ਦਰਅਸਲ ਐਮਿਲੀ ਵਿਕਟੋਰੀਆ ਦੀ ਮਾਂ ਨੂੰ ਵੀ ਕੋਵਿਡ-19 ਹੈ ਤੇ ਉਹ ਆਈਸੀਯੂ ਦੇ ਵਿੱਚ ਹੈ, ਜਿਸ ਦੇ ਛੋਟੇ ਭਰਾ ਨੂੰ ਵੀ ਕੋਵਿਡ-19 ਤੋਂ ਪੋਜ਼ਿਟਿਵ ਪਾਇਆ ਗਿਆ ਹੈ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਤੇ ਉਹ ਇਕੱਲਾ ਰਹਿ ਰਿਹਾ ਹੈ। ਇਸ ਦੇ ਬਾਰੇ ਜਦੋਂ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਤਾਂ ਉਹਨਾਂ ਦੇ ਵੱਲੋਂ ਦੁੱਖ ਦਾ ਵੀ ਪ੍ਰਗਟਾਵਾ ਕੀਤਾ ਗਿਆ। ਇਸ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਵੀ ਇਸ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਜਿਨ੍ਹਾਂ ਦੇ ਵੱਲੋਂ ਐਮਿਲੀ ਦੇ ਚਲੇ ਜਾਣ ਦੇ ਉੱਤੇ ਪਰਿਵਾਰ ਦੇ ਵਾਸਤੇ ਦੁੱਖ ਪ੍ਰਗਟਾਇਆ ਗਿਆ। ਐਮਿਲੀ ਦੇ ਪਿਤਾ ਜ਼ਰੂਰੀ ਕਾਮੇ ਵਜੋਂ ਕੰਮ ਕਰਦੇ ਸੀ ਤੇ ਉਸ ਦਾ ਧਿਆਨ ਰੱਖਣ ਵਾਸਤੇ ਉਹ ਕੰਮ ਤੇ ਨਹੀਂ ਸੀ ਜਾ ਰਹੇ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਭਰ ਵਿੱਚ ਹੁਣ ਤੱਕ 8 ਨਾਬਾਲਗਾਂ ਦੀ ਕੋਵਿਡ-19 ਦੇ ਕਰਕੇ ਮੌਤ ਹੋ ਚੁੱਕੀ ਹੈ, ਜਿਸ ਦੇ ਵਿੱਚ 3 ਓਨਟਾਰੀਓ ਤੋਂ ਮਾਮਲੇ ਸਾਹਮਣੇ ਆਏ ਨੇ। ਕੈਨੇਡਾ ਭਰ ਵਿੱਚ ਹੁਣ 12 ਲੱਖ ਦੇ ਕਰੀਬ ਕੋਵਿਡ-19 ਮਾਮਲਿਆਂ ਦੀ ਗਿਣਤੀ ਪਹੁੰਚ ਚੁੱਕੀ ਹੈ ਤੇ 23,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਇੱਕ ਪਾਸੇ ਮਾਮਲਿਆਂ ਦੇ ਵਿੱਚ ਵਾਧਾ ਤਾਂ ਦੂਜੇ ਪਾਸੇ ਸਿਹਤ ਅਧਿਕਾਰੀਆਂ ਦੇ ਵੱਲੋਂ ਸਖਤ ਕਦਮ ਚੁੱਕੇ ਜਾਂਦੇ ਨੇ, ਜਿਸ ਦਾ ਪ੍ਰਭਾਵ ਆਮ ਲੋਕਾਂ ਦੇ ਆਮ ਜ਼ਿੰਦਗੀ ਦੇ ਉੱਤੇ ਕਾਫੀ ਜ਼ਿਆਦਾ ਪੈਂਦਾ ਹੈ ਤੇ ਇਸ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਜਿਨ੍ਹਾਂ ਦੇ ਵੱਲੋਂ ਇੰਟਰਨੈਸ਼ਨਲ ਟਰੈਵਲ ਕੀਤਾ ਜਾਂਦਾ ਹੈ ਉਹਨਾਂ ਦੇ ਉੱਤੇ ਵੀ ਇਸ ਮੌਕੇ ਕਾਫੀ ਪ੍ਰਭਾਵ ਪਿਆ ਜਦੋਂ ਕੋਵਿਡ-19 ਦੇ ਕਰਕੇ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ। ਖਾਸ ਤੌਰ ਦੇ ਉੱਤੇ ਜੋ ਟਰੈਵਲ ਨੂੰ ਲੈ ਕੇ ਰੋਕ ਲਗਾਈ ਗਈ ਤਾਂ ਉਸ ਤੋਂ ਬਾਅਦ ਜੋ ਫਰਵਰੀ ਮਹੀਨੇ ਫੈਸਲਾ ਲਿਆ ਗਿਆ ਸੀ ਕਿ ਕੋਵਿਡ-19 ਦੇ ਟੈਸਟ ਕੀਤੇ ਜਾਣਗੇ 에ਅਰਪੋਰਟ ਦੇ ਉੱਤੇ ਤੇ ਨਾਲ ਹੀ ਹੋਟਲ 'ਚ ਕੁਆਰੰਟਾਈਨ ਕਰਨਾ ਪਵੇਗਾ। ਤਾਂ ਇਸ ਤੋਂ ਬਚਣ ਦੇ ਵਾਸਤੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਕਿ ਪਹਿਲਾਂ ਅਮਰੀਕਾ ਦੇ ਵਿੱਚ ਹੁਣ ਪਹੁੰਚ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਨੇ। ਤਾਂ ਕੈਨੇਡਾ ਦੇ ਵਿੱਚ ਦਾਖਲ ਹੋਣ ਵਾਲਿਆਂ ਦੇ ਵਿੱਚ ਜਿਹੜੀ ਗਿਣਤੀ ਹੈ ਇਸ ਸਮੇਂ ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਜਾਣਕਾਰੀ ਵੀ ਦਿੱਤੀ ਤਾਂ ਨਾਲ ਹੀ ਜਿਹੜੇ ਅਮਰੀਕਾ ਵਿੱਚ ਟੈਕਸੀ ਕੰਪਨੀਆਂ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕੁਝ ਨਿਊਜ਼ ਰਿਪੋਰਟਸ ਵੀ ਇਸ ਦੇ ਬਾਰੇ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਟੈਕਸੀ ਕੰਪਨੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਈ ਪਰਿਵਾਰਾਂ ਨੂੰ ਉਹ ਇੱਕ ਦਿਨ ਦੇ ਵਿੱਚ ਕੈਨੇਡਾ ਦੇ ਬਾਰਡਰਸ ਦੇ ਉੱਤੇ ਛੱਡਦੇ ਨੇ
ਜਿਹੜੇ ਪਰਿਵਾਰ ਪੈਦਲ ਤੁਰ ਕੇ ਫਿਰ ਕੈਨੇਡਾ ਦੇ ਵਿੱਚ ਐਂਟਰੀ ਲੈਂਦੇ ਨੇ, ਜਿਨ੍ਹਾਂ ਦੇ ਕੋਲ ਕੋਵਿਡ-19 ਦੇ ਜੋ ਟੈਸਟ ਨੇ ਉਸਦੀ ਨੈਗੇਟਿਵ ਰਿਪੋਰਟ ਵੀ ਹੁੰਦੀ ਹੈ ਤੇ ਫਿਰ ਉਹ ਪੈਦਲ ਐਂਟਰੀ ਲੈਂਦੇ ਨੇ ਬਾਰਡਰ ਦੇ ਰਾਹੀਂ। ਤਾਂ ਇਸ ਦੇ ਬਾਰੇ ਅੰਕੜੇ ਵੀ ਜੋ ਕੈਨੇਡਾ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਸਾਂਝੇ ਕੀਤੇ ਸੀ, ਤਾਂ ਅਸੀਂ ਤੁਹਾਨੂੰ ਪਹਿਲਾਂ ਵੀ ਉਹਨਾਂ ਅੰਕੜਿਆਂ ਦੇ ਬਾਰੇ ਜਾਣਕਾਰੀ ਦਿੱਤੀ ਸੀ। ਤੇ ਇਸ ਦੇ ਬਾਰੇ ਜੋ ਤਾਜ਼ਾ ਰਿਪੋਰਟਸ ਸਾਹਮਣੇ ਆ ਰਹੀਆਂ ਨੇ ਉਹਨਾਂ ਮੁਤਾਬਕ ਜਦੋਂ ਤੋਂ ਇਹ ਰੋਕ ਲੱਗੀ ਹੈ ਉਦੋਂ ਤੋਂ ਕੈਨੇਡਾ ਦੇ ਬਾਰਡਰ ਦੇ ਰਾਹੀਂ ਜਿਹੜੇ ਲੈਂਡ ਬਾਰਡਰ ਨੇ ਉਹਨਾਂ ਦੇ ਰਾਹੀਂ 20,000 ਤੋਂ ਜ਼ਿਆਦਾ ਵਿਅਕਤੀ ਕੁਝ ਇਸ ਤਰ੍ਹਾਂ ਦਾਖਲ ਹੋ ਚੁੱਕੇ ਨੇ, ਜਿਹੜੇ ਕਿ ਆਪਣੇ ਪਰਿਵਾਰਾਂ ਸਮੇਤ ਪਹਿਲਾਂ ਅਮਰੀਕਾ ਦੇ ਵਿੱਚ ਲੈਂਡ ਹੋ ਜਾਂਦੇ ਨੇ। ਉਹ ਉੱਥੇ ਲੈਂਡ ਹੁੰਦੇ ਨੇ ਜਿੱਥੇ ਵੀ ਜੋ ਕੈਨੇਡਾ ਦੇ ਬਾਰਡਰ ਦੇ ਨੇੜੇ ਜਿਹੜਾ ਵੀ ਸ਼ਹਿਰ ਪੈਂਦਾ ਹੋਵੇ ਉਸ ਦੇ ਵਿੱਚ, ਤਾਂ ਕਿ ਉਹਨਾਂ ਨੂੰ 3 ਦਿਨ ਦੇ ਵਾਸਤੇ ਹੋਟਲ 'ਚ ਕੁਆਰੰਟਾਈਨ ਨਾ ਕਰਨਾ ਪਵੇ। ਤਾਂ ਕੁਝ ਇਸ ਤਰ੍ਹਾਂ ਹੀ ਕੈਨੇਡਾ ਵਾਸੀਆਂ ਦੇ ਉੱਤੇ ਇਹ ਉਦੋਂ ਵੀ ਲਾਗੂ ਹੋ ਜਾਂਦਾ ਹੈ ਜਦੋਂ ਭਾਰਤ ਤੋਂ ਜਿਹੜੇ ਆ ਰਹੇ ਨੇ ਜਾਂ ਪਾਕਿਸਤਾਨ ਤੋਂ ਆ ਰਹੇ ਨੇ, ਕਿਉਂਕਿ 30 ਦਿਨ ਦੇ ਵਾਸਤੇ ਜੋ ਫਲਾਈਟਾਂ ਬੰਦ ਕੀਤੀਆਂ ਗਈਆਂ ਨੇ, ਤਾਂ ਜਿਹੜੇ ਕੈਨੇਡੀਅਨ ਸਿਟੀਜ਼ਨ ਜਾਂ ਫਿਰ ਜਿਹੜੇ ਪੀਆਰ ਨੇ ਉਹ ਵੀ ਭਾਰਤ ਜਾਂ ਅਮਰੀਕਾ ਦੇ ਵਿੱਚ ਉਸ ਸਮੇਂ ਫਸ ਕੇ ਰਹਿ ਗਏ ਜਦੋਂ ਫਲਾਈਟਾਂ ਬੰਦ ਹੋਈਆਂ। ਤਾਂ ਉਹਨਾਂ ਨੂੰ ਵੀ ਹੁਣ ਕਿਸੇ ਹੋਰ ਦੇਸ਼ ਦੇ ਵਿੱਚ ਪਹਿਲਾਂ ਆਉਣਾ ਪਵੇਗਾ, ਤਾਂ ਉਹ ਅਮਰੀਕਾ ਦੇ ਵਿੱਚ ਪਹਿਲਾਂ ਆ ਸਕਦੇ ਨੇ, ਤਾਂ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਪਰ ਉਸ ਸਮੇਂ ਉਹਨਾਂ ਨੂੰ ਅਮਰੀਕਾ ਦੇ ਵਿੱਚ ਕਰਵਾਏ ਗਏ ਕੋਵਿਡ-19 ਦੇ ਟੈਸਟ ਦੀ ਜੋ ਨੈਗੇਟਿਵ ਰਿਪੋਰਟ ਹੈ ਉਹ ਦਿਖਾਉਣੀ ਪਵੇਗੀ। ਕਿਚਨਰ ਤੋਂ ਕੁਝ ਨਿਊਜ਼ ਰਿਪੋਰਟਸ ਸਾਹਮਣੇ ਆਈਆਂ ਜਿਸ ਦੇ ਵਿੱਚ ਇੱਕ ਰਿਪੋਰਟ ਵੀ ਛਾਪੀ ਗਈ ਹੈ ਕਿ ਇੱਕ ਸੰਦੀਪ ਸੋਹਲ ਨਾਮਕ ਔਰਤ ਜੋ ਕੈਨੇਡਾ ਤੋਂ ਭਾਰਤ ਦੇ ਵਿੱਚ ਗਈ ਸੀ, ਜਿਸ ਦੇ ਕਿ ਪਿਤਾ ਦਾ ਦੇਹਾਂਤ ਹੋਇਆ ਸੀ, ਜਿਸ ਕਰਕੇ ਉਹਨਾਂ ਨੂੰ ਜਾਣਾ ਪਿਆ। ਤਾਂ ਉਸ ਤੋਂ ਬਾਅਦ ਵਾਪਸ ਕੈਨੇਡਾ ਆਉਣ ਦੇ ਵਾਸਤੇ ਜਦੋਂ ਉਹਨਾਂ ਨੇ 28 ਅਪ੍ਰੈਲ ਨੂੰ ਫਲਾਈਟ ਬੁੱਕ ਕੀਤੀ ਹੋਈ ਸੀ, ਪਰ ਜੋ ਇਹ ਸਰਕਾਰ ਨੇ ਐਲਾਨ ਕੀਤਾ ਫਲਾਈਟਾਂ ਇੱਕਦਮ ਬੰਦ ਕਰ ਦਿੱਤੀਆਂ, ਤਾਂ ਉਹ ਵਾਪਸ ਨਹੀਂ ਆ ਸਕੇ, ਜਿਸ ਕਰਕੇ ਉਹ ਭਾਰਤ ਵਿੱਚ ਹੀ ਫਸ ਗਏ ਨੇ। ਤੇ ਜਿਨ੍ਹਾਂ ਦੇ ਵੱਲੋਂ ਆਪਣਾ ਅਨੁਭਵ ਵੀ ਸਾਂਝਾ ਕੀਤਾ ਗਿਆ ਕਿ 2 ਛੋਟੇ ਬੱਚੇ ਉਹਨਾਂ ਦੇ ਕੈਨੇਡਾ ਦੇ ਵਿੱਚ ਆਪਣੇ ਪਿਤਾ ਦੇ ਕੋਲ ਇਸ ਸਮੇਂ ਮੌਜੂਦ ਨੇ ਤੇ ਉਹ ਛੋਟੇ ਬੱਚਿਆਂ ਨੂੰ ਉਹਨਾਂ ਦੀ ਮਾਂ ਦੀ ਵੀ ਲੋੜ ਹੈ। ਪਰ ਇਸ ਸਮੇਂ ਜੋ ਫਲਾਈਟਾਂ ਬੰਦ ਹੋਈਆਂ ਨੇ ਉਸ ਦੇ ਕਰਕੇ ਉਹ ਕਾਫੀ ਖੱਜਲ ਹੋ ਰਹੇ ਨੇ, ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਹੋਰ ਪਰਿਵਾਰਕ ਮੈਂਬਰ ਵੀ ਨੇ ਜਿਹੜੇ ਕਿ ਕੈਨੇਡਾ ਤੋਂ ਜਿਹੜੇ ਭਾਰਤ ਗਏ ਸੀ ਪਰ ਉੱਥੇ ਹੀ ਫਸ ਗਏ ਨੇ। ਤਾਂ ਕੁਝ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਉਹ ਭਾਰਤ ਜਾਂ ਪਾਕਿਸਤਾਨ ਦੇ ਵਿੱਚ ਇਸ ਕਰਕੇ ਫਸ ਗਏ ਨੇ ਇਸ ਸਮੇਂ, ਕਿਉਂਕਿ ਫਲਾਈਟਾਂ ਜੋ ਬੰਦ ਹੋ ਗਈਆਂ ਨੇ, ਸਿੱਧੀਆਂ ਫਲਾਈਟਾਂ ਕੈਨੇਡਾ ਦੇ ਵਾਸਤੇ ਹੁਣ ਆ ਨਹੀਂ ਰਹੀਆਂ। ਪਰ ਇਹ ਜ਼ਰੂਰ ਹੈ ਕਿ ਪਹਿਲਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾਇਆ ਜਾ ਸਕਦਾ ਹੈ ਤੇ ਉੱਥੇ ਫਿਰ ਕੋਵਿਡ-19 ਦਾ ਟੈਸਟ ਕਰਵਾ ਕੇ ਉਸ ਰਿਪੋਰਟ ਦੇ ਨਾਲ ਤੁਸੀਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਹੋ। ਤਾਂ ਉਹਦਾ ਸਟੈਟਸ ਕੈਨੇਡਾ ਨੇ ਤਾਜ਼ਾ ਅੰਕੜੇ ਜਾਰੀ ਕੀਤੇ ਨੇ ਕਿ ਕਿਸ ਤਰ੍ਹਾਂ ਜੋ ਸਖਤ ਹਦਾਇਤਾਂ ਇਸ ਸਮੇਂ ਲਾਗੂ ਨੇ, ਪਰ ਫਿਰ ਵੀ ਕਿਵੇਂ ਬਿਜ਼ਨਸ ਇਸ ਸਮੇਂ ਸੰਘਰਸ਼ ਕਰ ਰਹੇ ਨੇ। ਕੈਨੇਡਾ ਭਰ ਵਿੱਚ ਕੋਵਿਡ-19 ਦੀ ਮਹਾਮਾਰੀ ਦੌਰਾਨ ਕਈ ਵਪਾਰ ਬੰਦ ਹੋਏ ਤੇ ਕਈ ਨਵੇਂ ਵਪਾਰ ਖੁੱਲੇ ਵੀ, ਤੇ ਇਸ ਨਾਲ ਸੰਬੰਧਿਤ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਉਸ ਦੇ ਬਾਰੇ ਦੱਸਾਂਗੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਨਵਰੀ ਮਹੀਨੇ ਵਿੱਚ ਸਿਹਤ ਸੰਬੰਧੀ ਹਦਾਇਤਾਂ 'ਚ ਸਖਤੀ ਹੋਣ ਦੇ ਬਾਵਜੂਦ ਬਿਜ਼ਨਸ ਬੰਦ ਹੋਣ ਦੀ ਗਿਣਤੀ ਹੇਠਾਂ ਆਈ ਹੈ। ਇਸ ਤੋਂ ਪਿਛਲੇ ਮਹੀਨੇ ਦੀ ਤੁਲਨਾ ਮੁਤਾਬਕ 1.3% ਤੱਕ ਇਹ ਅੰਕੜੇ ਹੇਠਾਂ ਆਏ ਨੇ। ਵਪਾਰ ਖੁੱਲਣ ਦੇ ਅੰਕੜੇ ਵੀ ਹੇਠਾਂ ਹੀ ਦਰਜ ਕੀਤੇ ਗਏ ਨੇ, ਜਿਸ ਦੇ ਬਾਰੇ ਜਾਣਕਾਰੀ ਹੈ ਕਿ 6.9% ਤੱਕ ਇਹ ਅੰਕੜਾ ਹੇਠਾਂ ਆਇਆ ਹੈ ਤੇ ਜੂਨ 2020 ਤੋਂ ਬਾਅਦ ਲਗਾਤਾਰ ਇਹ ਅੰਕੜਾ ਹੇਠਾਂ ਹੀ ਆਉਂਦਾ ਰਿਹਾ ਹੈ ਕਿ ਲੋਕ ਇਸ ਸਮੇਂ ਦੁਬਾਰਾ ਜਾਂ ਨਵੇਂ ਬਿਜ਼ਨਸ ਜ਼ਿਆਦਾ ਨਹੀਂ ਖੋਲ ਰਹੇ। 2 ਸੂਬਿਆਂ ਵਿੱਚ ਵਪਾਰਾਂ ਦੇ ਬੰਦ ਹੋਣ ਦੀ ਗਿਣਤੀ ਜ਼ਿਆਦਾ ਵੱਧ ਪਾਈ ਗਈ ਹੈ। ਨੋਵਾ ਸਕੋਸ਼ੀਆ ਦੇ ਵਿੱਚ 43 ਤੋਂ ਜ਼ਿਆਦਾ ਵਪਾਰ ਬੰਦ ਹੋਏ ਉਸ ਮਹੀਨੇ, ਤਾਂ ਕਿਊਬੈਕ ਦੇ ਵਿੱਚ 94 ਤੋਂ ਜ਼ਿਆਦਾ ਵਪਾਰ ਬੰਦ ਹੋਏ। ਪਰ ਇਸ ਦੇ ਬਾਰੇ ਸਟੈਟਸ ਕੈਨੇਡਾ ਦਾ ਕਹਿਣਾ ਹੈ ਕਿ ਦਸੰਬਰ 2020 ਤੋਂ ਬਾਅਦ ਸੂਬੇ ਜਾਂ ਟੈਰੀਟਰੀਜ਼ ਦੇ ਵਿੱਚ ਵਪਾਰ ਘੱਟ ਗਿਣਤੀ ਦੇ ਵਿੱਚ ਬੰਦ ਹੋ ਰਹੇ ਨੇ। ਅਧਿਕਾਰੀਆਂ ਨੇ ਕਿਹਾ ਕਿ ਉਹ ਸੈਕਟਰ ਜਿਨ੍ਹਾਂ ਦੇ ਉੱਤੇ ਸਿਹਤ ਸੰਬੰਧੀ ਪਾਬੰਦੀਆਂ ਦਾ ਜ਼ਿਆਦਾ ਪ੍ਰਭਾਵ ਪਿਆ, ਉਹਨਾਂ ਨਾਲ ਸੰਬੰਧਿਤ ਵਪਾਰ ਜ਼ਿਆਦਾ ਗਿਣਤੀ ਦੇ ਵਿੱਚ ਜਨਵਰੀ ਮਹੀਨੇ ਬੰਦ ਹੋਏ। ਸਖਤ ਹਦਾਇਤਾਂ ਲਾਗੂ ਹੋਣ ਦੇ ਨਾਲ ਹੀ ਬਹੁਤ ਸਾਰੇ ਵਪਾਰਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਤੇ ਉਹਨਾਂ ਵਪਾਰਾਂ ਦੀ ਮਦਦ ਦੇ ਵਾਸਤੇ ਜੋ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਐਲਾਨ ਕੀਤਾ ਸੀ ਉਸ ਦੇ ਵਿੱਚ ਹੁਣ ਹੋਟਲ, ਮੋਟਲ ਤੇ ਹੋਰ ਵੀ ਅਜਿਹੀਆਂ ਥਾਵਾਂ ਜਿੱਥੇ ਘੱਟ ਸਮੇਂ ਦੇ ਵਾਸਤੇ ਰਹਿਣ ਲਈ ਲੋਕ ਆਉਂਦੇ ਨੇ ਉਹਨਾਂ ਨੂੰ ਜੋੜ ਦਿੱਤਾ ਗਿਆ ਹੈ। ਦਰਅਸਲ ਖਾਸ ਤੌਰ ਦੇ ਉੱਤੇ ਜੋ ਹੁਣ ਟਰੈਵਲ ਨੂੰ ਲੈ ਕੇ ਰੋਕ ਲੱਗੀ ਹੈ ਉਸ ਦੇ ਕਰਕੇ ਤਾਂ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ, ਜਿਸ ਨੂੰ ਦੇਖਦੇ ਹੋਏ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਹ ਫੈਸਲਾ ਲਿਆ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੱਲੋਂ ਉਹਨਾਂ ਵਪਾਰਾਂ ਦੀ ਮਦਦ ਦੇ ਵਾਸਤੇ ਇੱਕ ਪ੍ਰੋਗਰਾਮ ਲਿਆਂਦਾ ਗਿਆ ਜਿਨ੍ਹਾਂ ਨੂੰ ਸਰਕਾਰ ਦੇ ਵੱਲੋਂ ਸਖਤ ਜੋ ਹਦਾਇਤਾਂ ਲਾਈਆਂ ਗਈਆਂ ਨੇ ਉਸ ਤੋਂ ਬਾਅਦ ਨੁਕਸਾਨ ਹੋਇਆ, ਜਿਸ ਦੇ ਵਾਸਤੇ $10,000 ਤੱਕ ਤੋਂ $20,000 ਤੱਕ ਦੀ ਮਦਦ ਹੈ ਜੋ ਉਹ ਹਰ ਵਪਾਰ ਨੂੰ ਦੇਣ ਦੇ ਬਾਰੇ ਐਲਾਨ ਕੀਤਾ ਗਿਆ ਸੀ। ਤੇ ਇਸ ਦੇ ਵਾਸਤੇ ਹੁਣ $75 ਮਿਲੀਅਨ ਤੋਂ ਵੀ ਜ਼ਿਆਦਾ ਦੀ ਮਦਦ ਦਿੱਤੀ ਜਾਵੇਗੀ, ਜਿਸ ਦੇ ਲਈ ਇਸ ਨੂੰ ਨਾਮ ਦਿੱਤਾ ਗਿਆ ਸਰਕਟ ਬ੍ਰੇਕਰ ਬਿਜ਼ਨਸ ਰਿਲੀਫ ਗ੍ਰਾਂਟ। ਤੇ ਇਸ ਦੇ ਵਾਸਤੇ ਹੋਟਲ, ਮੋਟਲ ਜਾਂ ਫਿਰ ਉਹ ਅਜਿਹੀਆਂ ਥਾਵਾਂ ਜਿੱਥੇ ਘੱਟ ਸਮੇਂ ਦੇ ਵਾਸਤੇ ਰਿਹਾ ਜਾ ਸਕਦਾ ਹੈ, ਹੁਣ ਉਹ ਵੀ ਯੋਗਤਾ ਰੱਖਦੀਆਂ ਨੇ ਕਿ ਇਸ ਫੰਡਿੰਗ ਦੇ ਵਾਸਤੇ ਅਪਲਾਈ ਕਰ ਸਕਦੇ ਨੇ ਉਹ।
ਦਰਅਸਲ ਇਸ ਦੀ ਯੋਗਤਾ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 14,000 ਰੈਸਟੋਰੈਂਟ, ਬਾਰ ਤੇ ਹੋਰ ਅਜਿਹੇ ਵਪਾਰ ਜਿਹੜੇ ਕਿ ਸਰਕਾਰ ਦੇ ਵੱਲੋਂ ਲਗਾਈਆਂ ਗਈਆਂ ਹਦਾਇਤਾਂ ਦੇ ਕਰਕੇ ਪ੍ਰਭਾਵਿਤ ਹੋਏ ਨੇ, ਉਹ ਤਾਂ ਪਹਿਲਾਂ ਹੀ ਇਸ ਗ੍ਰਾਂਟ ਦੇ ਵਿੱਚ ਸ਼ਾਮਲ ਨੇ, ਜਿਨ੍ਹਾਂ ਨੂੰ ਵਿੱਤੀ ਤੌਰ ਦੇ ਉੱਤੇ ਮਦਦ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ। ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜੋ ਇਹ ਫੰਡਿੰਗ ਹੈ ਉਸ ਦੇ ਵਿੱਚ $25 ਮਿਲੀਅਨ ਦੇ ਕਰੀਬ ਹੋਟਲ, ਮੋਟਲ ਤੇ ਹੋਰ ਅਜਿਹੀਆਂ ਥਾਵਾਂ ਜਿੱਥੇ ਘੱਟ ਸਮੇਂ ਲਈ ਰਿਹਾ ਜਾ ਸਕਦਾ ਉਹਨਾਂ ਦੇ ਵਾਸਤੇ ਹੋਣਗੇ। ਇਸ ਸਮੇਂ ਟਰੈਵਲ ਨੂੰ ਲੈ ਕੇ ਜੋ ਰੋਕ ਲਗਾਈ ਗਈ ਹੈ ਉਸ ਦੇ ਕਰਕੇ ਜਿਹੜੇ ਵਪਾਰਾਂ ਦੇ ਉੱਤੇ ਪ੍ਰਭਾਵ ਪਿਆ ਉਹਨਾਂ ਦੇ ਵਾਸਤੇ ਵਿੱਤੀ ਮਦਦ ਵੀ ਹੋਵੇਗੀ। ਤਾਂ ਨਾਲ ਹੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਨੌਜਵਾਨਾਂ ਦੇ ਵਾਸਤੇ ਤੇ ਪਰਿਵਾਰਾਂ ਦੇ ਵਾਸਤੇ ਤੇ ਸਕੂਲੀ ਬੱਚਿਆਂ ਦੇ ਵਾਸਤੇ ਜੋ ਮਾਨਸਿਕ ਪੱਧਰ ਦੇ ਉੱਤੇ ਮਦਦ ਦੇਣ ਦੇ ਲਈ ਸਰਵਿਸ ਹੈ, ਉਸ ਸਰਵਿਸ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਤਾਜ਼ਾ ਐਲਾਨ ਕੀਤਾ ਹੈ, ਜਿਸ ਦੇ ਵਿੱਚ ਸੂਬੇ ਤੋਂ ਮੈਂਟਲ ਹੈਲਥ ਤੇ ਐਡਿਕਸ਼ਨਸ ਮਿਨਿਸਟਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੱਚੇ, ਸਕੂਲ ਜਾਣ ਵਾਲੇ ਨੌਜਵਾਨ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਸਰਵਿਸਿਜ਼ ਨੂੰ ਹੋਰ ਜ਼ਿਆਦਾ ਵਧਾਇਆ ਜਾਵੇਗਾ, ਜਿਸ ਦੇ ਵਾਸਤੇ ਮਿਨਿਸਟਰ ਸ਼ੀਲਾ ਮੈਲਕੋਮਸਨ ਨੇ ਕਿਹਾ ਕਿ 60 ਨਵੀਆਂ ਨੌਕਰੀਆਂ ਵੀ ਇਸ ਦੇ ਨਾਲ ਜੁੜਨਗੀਆਂ। ਦਰਅਸਲ 60 ਨਵੇਂ ਫੁੱਲ ਟਾਈਮ ਫੈਮਿਲੀ ਸਪੋਰਟ ਵਰਕਰ ਰੱਖੇ ਜਾਣਗੇ, ਜੋ ਕਿ ਅਗਲੇ 3 ਸਾਲ ਦੌਰਾਨ ਇਹਨਾਂ ਸਰਵਿਸਿਜ਼ ਨੂੰ ਅੱਗੇ ਪਹੁੰਚਾਉਣ ਦੇ ਵਿੱਚ ਮਦਦ ਕਰਨਗੇ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਗਿਆ ਹੈ ਕਿ ਬੱਚਿਆਂ ਦੇ ਵਤੀਰੇ ਤੇ ਨਾਲ ਹੀ ਉਹਨਾਂ ਦੇ ਸੁਭਾਅ ਨੂੰ ਲੈ ਕੇ ਜਿਹੜੀਆਂ ਚੁਣੌਤੀਆਂ ਪੇਸ਼ ਆਉਂਦੀਆਂ ਨੇ ਉਹਨਾਂ ਦੇ ਵਾਸਤੇ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ, ਜਿਸ ਦੇ ਲਈ ਦੱਸਿਆ ਗਿਆ ਹੈ ਕਿ ਪਰਿਵਾਰਾਂ ਦੇ ਵਾਸਤੇ ਮਾਨਸਿਕ ਪੱਧਰ ਦੇ ਉੱਤੇ ਮਜ਼ਬੂਤੀ ਦੇ ਲਈ ਹੋਰ ਜ਼ਿਆਦਾ ਵਧੀਆ ਸਹੂਲਤਾਂ ਤੇ ਸਰਵਿਸ ਦੇਣ ਦੇ ਬਾਰੇ ਇਸ ਦੇ ਉੱਤੇ ਕੰਮ ਕੀਤਾ ਜਾਵੇਗਾ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 5 ਇੰਟੀਗ੍ਰੇਟਿਡ ਚਾਈਲਡ ਤੇ ਯੂਥ ਟੀਮਸ ਇਸ ਸਮੇਂ ਮੌਜੂਦ ਨੇ ਤੇ ਸੂਬੇ ਦਾ ਕਹਿਣਾ ਹੈ ਕਿ ਇਹਨਾਂ ਟੀਮਸ ਨੂੰ ਹੋਰ ਜ਼ਿਆਦਾ ਵਧਾਇਆ ਜਾਵੇਗਾ। 15 ਭਾਈਚਾਰਿਆਂ ਦੇ ਵਿੱਚ ਹੋਰ ਜ਼ਿਆਦਾ ਟੀਮਾਂ ਜੋੜੀਆਂ ਜਾਣਗੀਆਂ ਤੇ ਸਾਲ 2024 ਤੱਕ ਦਾ ਇਹ ਟੀਚਾ ਰੱਖਿਆ ਗਿਆ ਹੈ। ਇਸ ਦੌਰਾਨ ਇਹਨਾਂ ਪ੍ਰੋਗਰਾਮਸ ਦੇ ਵਾਸਤੇ $56 ਮਿਲੀਅਨ ਦੀ ਫੰਡਿੰਗ ਮਿਲੇਗੀ, ਜਿਸ ਦੇ ਬਾਰੇ ਪਿਛਲੇ ਹਫ਼ਤੇ ਬਜਟ ਦੇ ਵਿੱਚ ਐਲਾਨ ਕੀਤਾ ਗਿਆ ਸੀ। Today, our government is investing over $56 million to expand vital mental health and substance use services for children and youth across British Columbia. ਅਗਲੀ ਖਬਰ ਹੈ ਕਿ ਐਬਸਫੋਰਡ ਦੇ ਵਿੱਚ ਅੱਜ ਇੱਕ ਹਾਦਸੇ ਦਾ ਮਾਮਲਾ ਸਾਹਮਣੇ ਆਇਆ। ਆਖਿਰ ਕਿਵੇਂ ਵਾਪਰਿਆ ਸੜਕ ਹਾਦਸਾ ਤੇ ਕੀ ਇਸ ਹਾਦਸੇ ਤੋਂ ਬਾਅਦ ਹੋਇਆ, ਤੁਹਾਨੂੰ ਦੱਸਦੇ ਹਾਂ। ਐਬਸਫੋਰਡ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਇੱਕ ਸੜਕ ਹਾਦਸਾ ਵਾਪਰਿਆ, ਜਿਸ ਦੇ ਬਾਰੇ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਸੋਮਵਾਰ ਦੀ ਸਵੇਰ ਦਾ ਇਹ ਮਾਮਲਾ ਹੈ। 26 ਅਪ੍ਰੈਲ ਨੂੰ ਸਵੇਰੇ 1:27 ਦੇ ਕਰੀਬ ਐਬਸਫੋਰਡ ਪੁਲਿਸ ਅਧਿਕਾਰੀ ਇੱਕ ਵਾਹਨ ਨੂੰ ਰੋਕਣ ਦੇ ਵਾਸਤੇ ਮੈਕਲਮ ਰੋਡ ਦੇ ਉੱਤੇ ਹਾਈਵੇ 11 ਦੀ ਇੰਟਰਸੈਕਸ਼ਨ ਦੇ ਕੋਲ ਪਹੁੰਚੇ ਸਨ, ਜਿੱਥੇ ਜਦੋਂ ਉਹਨਾਂ ਨੇ ਉਸ ਵਾਹਨ ਨੂੰ ਰੋਕਣ ਦੇ ਵਾਸਤੇ ਕੋਸ਼ਿਸ਼ ਕੀਤੀ ਤਾਂ ਉਹ ਵਾਹਨ ਨਹੀਂ ਰੁਕਿਆ ਤੇ ਉਸ ਤੋਂ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ। ਇੱਕ ਸੀਮੈਂਟ ਦੇ ਬਣੇ ਬੈਰੀਅਰ ਦੇ ਨਾਲ ਹਾਈਵੇ 11 ਦੇ ਉੱਤੇ ਵਾਹਨ ਦੀ ਟੱਕਰ ਹੋ ਗਈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ 18 ਸਾਲਾ ਲੜਕੀ ਉਸ ਦੇ ਵਿੱਚ ਮੌਜੂਦ ਸੀ, ਜਿਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਕੁਝ ਘੰਟੇ ਵਾਸਤੇ ਹਾਈਵੇ 11 ਤੇ ਮੈਕਲਮ ਰੋਡ ਨੂੰ ਬੰਦ ਵੀ ਕੀਤਾ ਗਿਆ, ਕਿਉਂਕਿ ਉੱਥੇ ਜਾਂਚ ਇਸ ਮਾਮਲੇ ਦੀ ਚੱਲਦੀ ਰਹੀ, ਜਿਸ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਕੋਲੀਸ਼ਨ ਐਨਾਲਿਸਟ ਤੇ ਰੀਕਨਸਟਰਕਸ਼ਨ ਸੈਕਸ਼ਨ ਤੋਂ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤੇ ਨਾਲ ਹੀ ਇੰਡੀਪੈਂਡੈਂਟ ਇਨਵੈਸਟੀਗੇਸ਼ਨਸ ਆਫਿਸ ਆਫ BC ਤੋਂ ਵੀ ਅਧਿਕਾਰੀ ਮੌਕੇ ਤੇ ਪਹੁੰਚੇ, ਕਿਉਂਕਿ ਪੁਲਿਸ ਅਧਿਕਾਰੀ ਵਾਹਨ ਨੂੰ ਉਸ ਸਮੇਂ ਰੋਕ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਤਾਂ ਆਜ਼ਾਦ ਤੌਰ ਦੇ ਉੱਤੇ ਵੀ ਇਸ ਦੀ ਜਾਂਚ ਹੋਵੇਗੀ ਮਾਮਲੇ ਦੀ। ਤਾਂ ਇਸ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਦੇ ਕੋਲ ਵੀ ਇਸ ਹਾਦਸੇ ਦੇ ਬਾਰੇ ਕੋਈ ਡੈਸ਼ਕੈਮ ਵੀਡੀਓ ਜਾਂ ਫਿਰ ਕੋਈ ਵੀ ਜਾਣਕਾਰੀ ਮੌਜੂਦ ਹੋਵੇ ਤਾਂ ਉਹਨਾਂ ਦੇ ਨਾਲ 604 859 52 25 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਅੱਜ ਦੇ ਬੁਲੇਟਿਨ ਵਿੱਚ ਖਬਰਾਂ ਤੇ ਮੈਨੂੰ ਦਿਓ ਇਜਾਜ਼ਤ, ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਖਬਰਾਂ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।